Good morning, students. ਅੱਜ ਅਸੀਂ ਕਰਾਂਗੇ the various different types of branches of accounting ਕਿਹੜੀਆਂ ਨੇ। Students, accounting ਹਜੇ ਵੀ ਐਵੋਲੂਸ਼ਨ ਦੇ ਵਿੱਚ ਆ, ਮਤਲਬ ਅਕਾਊਂਟਿੰਗ ਹਜੇ ਵੀ ਐਵੋਲੂਟ ਹੋ ਰਹੀ ਆ। ਉਹਦੇ ਵਿੱਚ ਬਹੁਤ ਸਾਰੇ ਨਵੇਂ ਕਨਸੈਪਟਸ ਜਿਹੜੇ ਨੇ, ਨਵੇਂ ਟੌਪਿਕਸ ਜਿਹੜੇ ਨੇ ਉਹ ਹਜੇ ਵੀ ਆ ਰਹੇ ਨੇ ਬਾਹਰ, ਮੀਨਸ ਹਜੇ ਵੀ ਐਵੋਲੂਟ ਹੋ ਰਹੇ ਨੇ। ਜਿਵੇਂ ਜਿਵੇਂ ਬਿਜ਼ਨਸ ਦੀਆਂ ਰਿਕੁਆਇਰਮੈਂਟ ਚੇਂਜ ਹੋ ਰਹੀਆਂ ਆ, ਉਸ ਤਰ੍ਹਾਂ ਨਾਲ ਅਕਾਊਂਟੈਂਟਸ ਨੂੰ ਵੀ ਅਕਾਊਂਟਿੰਗ ਦੀਆਂ ਬਹੁਤ ਸਾਰੀਆਂ ਨਵੀਆਂ ਬ੍ਰਾਂਚਿਸ ਜਿਹੜੀਆਂ ਹੈਗੀਆਂ ਉਹ ਡਿਸਕਵਰ ਕਰਨੀਆਂ ਪੈ ਰਹੀਆਂ ਆ, ਜਿਹੜੀਆਂ ਕਿ ਬਿਜ਼ਨਸ ਦੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਸਕਣ। ਸੋ ਕਿਹੜੀਆਂ ਇੰਪੋਰਟੈਂਟ ਬ੍ਰਾਂਚਿਸ ਹੈਗੀਆਂ ਆ ਜਿਹੜੀਆਂ ਹਜੇ ਤੱਕ ਐਵੋਲੂਟ ਹੋ ਚੁੱਕੀਆਂ ਨੇ। ਸਭ ਤੋਂ ਪਹਿਲਾਂ ਹੈਗੀ ਆ ਫਾਈਨੈਂਸ਼ੀਅਲ ਅਕਾਊਂਟਿੰਗ। ਫਾਈਨੈਂਸ਼ੀਅਲ ਅਕਾਊਂਟਿੰਗ ਕਿਹੜੀ ਆ? ਜਿਹੜੀ ਕਿ ਤੁਸੀਂ ਹੁਣ +1 ਦੇ ਵਿੱਚ ਕਰ ਰਹੇ ਹੋ, ਉਹ ਅਕਾਊਂਟਿੰਗ ਤੁਹਾਡੀ ਫਾਈਨੈਂਸ਼ੀਅਲ ਅਕਾਊਂਟਿੰਗ ਆ। ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਆ ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਆ, ਤਾਂ ਕਿ ਬਿਜ਼ਨਸ ਦਾ ਜਦੋਂ ਈਅਰ ਐਂਡ ਹੁੰਦਾ ਉਹਦਾ ਪ੍ਰੋਫਿਟ ਔਰ ਲਾਸ ਕੈਲਕੂਲੇਟ ਕੀਤਾ ਜਾ ਸਕੇ, ਔਰ ਈਅਰ ਐਂਡ ਤੋਂ ਬਾਅਦ ਉਸ ਬਿਜ਼ਨਸ ਦੀ ਕੀ ਪੋਜੀਸ਼ਨ ਆ ਇਹਨੂੰ ਫਾਈਂਡ ਆਊਟ ਕੀਤਾ ਜਾ ਸਕੇ। ਸੋ ਅਕਾਊਂਟਿੰਗ ਜਿਹੜੀ ਕਿ ਜਿਹਦੇ ਵਿੱਚ ਫਾਈਨਲ ਅਕਾਊਂਟਸ ਬਣਾਏ ਜਾਂਦੇ ਨੇ, ਫਾਈਨੈਂਸ਼ੀਅਲ ਸਟੇਟਮੈਂਟਸ ਬਣਾਈਆਂ ਜਾਂਦੀਆਂ ਨੇ, ਉਸ ਅਕਾਊਂਟਿੰਗ ਨੂੰ ਅਸੀਂ ਫਾਈਨੈਂਸ਼ੀਅਲ ਅਕਾਊਂਟਿੰਗ ਕਹਿ ਦਿੰਦੇ ਆ। ਇਹਨੂੰ ਯੂਜ਼ ਕਰਦੇ ਨੇ ਪ੍ਰੋਪਰਾਈਟਰਸ, ਕ੍ਰੈਡੀਟਰਸ, ਇਨਵੈਸਟਰਸ, ਇੰਪਲੋਈ, ਮੈਨੇਜਮੈਂਟ ਐਂਡ ਗਵਰਨਮੈਂਟ। ਸੈਕਿੰਡ ਹੈ ਕਾਸਟ ਅਕਾਊਂਟਿੰਗ। ਕਾਸਟ ਅਕਾਊਂਟਿੰਗ ਤੁਸੀਂ ਸਟੂਡੈਂਟਸ ਹਜੇ ਨਹੀਂ ਪੜ੍ਹਨੀ, ਇਹ ਨੈਕਸਟ ਜਦੋਂ ਤੁਸੀਂ ਗ੍ਰੈਜੂਏਸ਼ਨ ਕਰੋਗੇ, ਕਾਮਰਸ ਦੇ ਵਿੱਚ ਬੀਕਾਮ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਕਾਸਟ ਅਕਾਊਂਟਿੰਗ ਪੜ੍ਹੋਗੇ। ਕਾਸਟ ਅਕਾਊਂਟਿੰਗ ਕੰਸਰਨਡ ਹੁੰਦੀ ਆ ਕਿਸੇ ਵੀ ਪਰਟੀਕੂਲਰ ਪ੍ਰੋਡਕਟ ਤੇ ਮੈਨੂਫੈਕਚਰਿੰਗ ਤੇ ਕਿੰਨੀ ਕਰੰਟਲੀ ਕਾਸਟ ਲੱਗ ਰਹੀ ਆ, ਉਸ ਕਾਸਟ ਦੀ ਕੀ ਕਲਾਸੀਫਿਕੇਸ਼ਨ ਆ, ਕਿਸ ਤਰ੍ਹਾਂ ਕਾਸਟ ਨੂੰ ਰਿਕਾਰਡ ਕਰਨਾ, ਕਿਸ ਤਰ੍ਹਾਂ ਅਲੋਕੇਟ ਕਰਨਾ, ਔਰ ਬਜਟਡ ਕਾਸਟ ਕਿੱਦਾਂ ਕੈਲਕੂਲੇਟ ਕਰਨੀ ਆ, ਉਹਨੂੰ ਅਸੀਂ ਕਾਸਟ ਅਕਾਊਂਟਿੰਗ ਕਹਿੰਦੇ ਆ। ਕਾਸਟ ਅਕਾਊਂਟਿੰਗ ਦਾ ਆਬਜੈਕਟਿਵ ਕੀ ਆ? ਕਿਸੇ ਵੀ ਪ੍ਰੋਡਕਟ ਦੀ ਜਾਂ ਸਰਵਿਸਿਜ਼ ਦੀ ਕਾਸਟ ਨੂੰ ਫਾਈਂਡ ਆਊਟ ਕਰਨਾ। ਸੋ ਕਾਸਟ ਅਕਾਊਂਟਿੰਗ ਹੈਲਪ ਕਰਦੀ ਆ ਬਿਜ਼ਨਸ ਨੂੰ ਕਾਸਟ ਨੂੰ ਕੰਟਰੋਲ ਕਰਨ ਦੇ ਵਿੱਚ, ਤਾਂ ਕਿ ਬਿਜ਼ਨਸ ਕਿਸੇ ਤਰ੍ਹਾਂ ਦੇ ਕੋਈ ਵੀ ਲਾਸਿਸ ਜਾਂ ਵੇਸਟੇजेस ਜਿਹੜੀਆਂ ਹੈਗੀਆਂ ਆ ਉਹ ਰਿਮੂਵ ਕਰਕੇ ਆਪਣੇ ਪ੍ਰੋਫਿਟਸ ਨੂੰ ਇਨਕਰੀਜ਼ ਕਰ ਸਕੇ। ਨੈਕਸਟ ਹੈ ਥਰਡ ਵਨ ਹੈ ਮੈਨੇਜਮੈਂਟ ਅਕਾਊਂਟਿੰਗ। ਮੈਨੇਜਮੈਂਟ ਅਕਾਊਂਟਿੰਗ ਕੰਸਰਨ ਹੈ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਇਸ ਤਰ੍ਹਾਂ ਨਾਲ ਪ੍ਰਪੇਅਰ ਕਰਨ ਦੇ ਵਿੱਚ, ਇਸ ਤਰ੍ਹਾਂ ਨਾਲ ਪ੍ਰੈਜ਼ੈਂਟ ਕਰਨ ਦੇ ਵਿੱਚ ਕਿ ਉਹ ਅਕਾਊਂਟਿੰਗ ਇਨਫੋਰਮੇਸ਼ਨ ਮੈਨੇਜਮੈਂਟ ਨੂੰ ਅਸਿਸਟ ਕਰੇ ਉਸ ਦੀਆਂ ਪਾਲਿਸੀਜ਼ ਨੂੰ ਬਣਾਉਣ ਦੇ ਵਿੱਚ, ਉਸ ਦੀਆਂ ਜੋ ਡੇ ਟੂ ਡੇ ਆਪਰੇਸ਼ਨਸ ਨੇ ਉਹਨਾਂ ਨੂੰ ਕਰਨ ਦੇ ਵਿੱਚ। ਸੋ ਇਸ ਤਰੀਕੇ ਨਾਲ ਉਹ ਅਕਾਊਂਟਿੰਗ ਜਿਹੜੀ ਕਿ ਮੈਨੇਜਮੈਂਟ ਨੂੰ ਹੈਲਪ ਕਰਦੀ ਆ, ਮੈਨੇਜਮੈਂਟ ਨੂੰ ਹੈਲਪ ਕਰਨ ਦੇ ਲਈ ਅਸੀਂ ਉਸ ਅਕਾਊਂਟਿੰਗ ਦੇ ਵਿੱਚ ਕੁਝ ਸਪੈਸ਼ਲਾਈਜ਼ਡ ਸਟੇਟਮੈਂਟਸ ਪ੍ਰਪੇਅਰ ਕਰਦੇ ਨੇ, ਕੁਝ ਸਪੈਸ਼ਲਾਈਜ਼ਡ ਰੇਸ਼ੋਜ਼ ਕੈਲਕੂਲੇਟ ਕਰਦੇ ਆ, ਉਹਨੂੰ ਮੈਨੇਜਮੈਂਟ ਅਕਾਊਂਟਿੰਗ ਕਹਿੰਦੇ ਆ। ਸੋ ਇਟ ਰਿਲੇਟਸ ਟੂ ਦ ਯੂਜ਼ ਆਫ ਅਕਾਊਂਟਿੰਗ ਡਾਟਾ ਕਲੈਕਟਡ ਵਿਦ ਦ ਹੈਲਪ ਆਫ ਫਾਈਨੈਂਸ਼ੀਅਲ ਅਕਾਊਂਟਿੰਗ। ਸੋ ਜਿਹੜਾ ਅਕਾਊਂਟਿੰਗ ਡਾਟਾ ਕਲੈਕਟ ਕਰਨਾ ਉਹ ਤੁਸੀਂ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਹੈਲਪ ਨਾਲ ਹੀ ਕਰਨਾ ਆ, ਬਟ ਉਸ ਡਾਟਾ ਨੂੰ ਕਲੈਕਟ ਕਰਨ ਤੋਂ ਬਾਅਦ ਉਸ ਨੂੰ ਯੂਜ਼ ਕਰਨਾ ਜਾਂ ਪਾਲਿਸੀਜ਼ ਬਣਾਉਣ ਦੇ ਵਿੱਚ, ਪਲਾਨਿੰਗ ਕਰਨ 'ਚ, ਕੰਟਰੋਲ ਕਰਨ ਦੇ ਵਿੱਚ। ਸੋ ਉਹਨੂੰ ਅਸੀਂ ਮੈਨੇਜਮੈਂਟ ਅਕਾਊਂਟਿੰਗ ਕਹਿੰਦੇ ਆ। ਇਹਨਾਂ ਤੋਂ ਇਲਾਵਾ ਗਵਰਨਮੈਂਟ ਜਿਹੜੀ ਹੈ, ਇਸ ਤੋਂ ਇਲਾਵਾ ਗਵਰਨਮੈਂਟ ਅਕਾਊਂਟਿੰਗ ਵੀ ਹੁੰਦੀ ਆ, ਟੈਕਸ ਅਕਾਊਂਟਿੰਗ ਵੀ ਹੁੰਦੀ ਆ, ਹਿਊਮਨ ਰਿਸੋਰਸ ਅਕਾਊਂਟਿੰਗ ਵੀ ਹੈ, ਸੋਸ਼ਲ ਅਕਾਊਂਟਿੰਗ ਵੀ ਹੈ, ਇਨਫਲੇਸ਼ਨ ਅਕਾਊਂਟਿੰਗ ਵੀ ਹੈ। ਬਟ ਤੁਸੀਂ +1 ਦੇ ਵਿੱਚ ਸਿਰਫ ਤੇ ਸਿਰਫ ਫਾਈਨੈਂਸ਼ੀਅਲ ਅਕਾਊਂਟਿੰਗ ਹੀ ਪੜ੍ਹਨੀ ਹੈ। ਹੁਣ ਇਸ ਤੋਂ ਬਾਅਦ ਅਸੀਂ ਜੋ ਨੈਕਸਟ ਟੌਪਿਕ ਕਰਾਂਗੇ ਉਹ ਕਰਾਂਗੇ ਡਿਫਰੈਂਟ ਯੂਜ਼ਰਸ ਆਫ ਦਾ ਅਕਾਊਂਟਿੰਗ। ਨੈਕਸਟ ਆ ਕਿ ਕਿਹੜੇ ਅਕਾਊਂਟਿੰਗ ਇਨਫੋਰਮੇਸ਼ਨ ਦੇ ਯੂਜ਼ਰਸ ਨੇ, ਮਤਲਬ ਕੌਣ ਲੋਕ ਨੇ ਜਿਹੜੇ ਇਸ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ ਔਰ ਇਹਦੇ ਬੇਸਿਸ ਤੇ ਆਪਣੇ ਡਿਸੀਜ਼ਨ ਲੈਂਦੇ ਆ। ਸੋ ਅਕਾਊਂਟਿੰਗ ਦੇ ਯੂਜ਼ਰਸ ਦੋ ਤਰ੍ਹਾਂ ਦੇ ਨੇ, ਇੰਟਰਨਲ ਯੂਜ਼ਰਸ ਐਂਡ ਐਕਸਟਰਨਲ ਯੂਜ਼ਰਸ। ਇੰਟਰਨਲ ਯੂਜ਼ਰਸ ਨੇ ਜੋ ਕਿ ਆਰਗੇਨਾਈਜੇਸ਼ਨ ਦੇ ਇਨਸਾਈਡ ਨੇ, ਅੰਦਰ ਆ, ਔਰ ਐਕਸਟਰਨਲ ਯੂਜ਼ਰਸ ਕਿਹੜੇ ਨੇ ਜਿਹੜੇ ਕਿ ਆਰਗੇਨਾਈਜੇਸ਼ਨ ਤੋਂ ਬਾਹਰ ਦੇ ਆ। ਹੁਣ ਇੰਟਰਨਲ ਯੂਜ਼ਰਸ ਦੇ ਵਿੱਚ ਮੈਨੇਜਮੈਂਟ ਆ ਜਾਂਦੀ ਆ,
ਜਿਹਨੇ ਕਿ ਬਿਜ਼ਨਸ ਨੂੰ ਮੈਨੇਜ ਕਰਨਾ। ਕੰਪਨੀ ਫਾਰਮ ਦੇ ਵਿੱਚ ਮੈਨੇਜਮੈਂਟ ਐਂਡ ਓਨਰਸ਼ਿਪ ਸੈਪਰੇਟ ਹੁੰਦੀ ਆ, ਸੋ ਉੱਥੇ ਮੈਨੇਜਮੈਂਟ ਆ ਜਾਂਦੀ ਆ। ਸੈਕਿੰਡ ਵਨ ਓਨਰ ਆ ਜਾਂਦੇ ਨੇ ਐਂਡ ਥਰਡ ਵਨ ਇੰਪਲੋਈਜ਼ ਆ ਜਾਂਦੇ। ਇਹ ਸਾਰੇ ਵਿਦਨ ਦਾ ਬਿਜ਼ਨਸ ਆਰਗੇਨਾਈਜੇਸ਼ਨ ਹੁੰਦੇ ਨੇ। ਉਸ ਤੋਂ ਇਲਾਵਾ ਐਕਸਟਰਨਲ ਯੂਜ਼ਰਸ ਕਿਹੜੇ ਨੇ? ਐਕਸਟਰਨਲ ਯੂਜ਼ਰਸ ਨੂੰ ਨੈਕਸਟ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਆ। ਯੂਜ਼ਰਸ ਡਾਇਰੈਕਟਲੀ ਕੰਸਰਨਡ ਕਿੰਨੇ ਨੇ ਔਰ ਯੂਜ਼ਰਸ ਇਨਡਾਇਰੈਕਟਲੀ ਕੰਸਰਨਡ ਕਿੰਨੇ ਨੇ। ਡਾਇਰੈਕਟਲੀ ਕੰਸਰਨਡ ਦੇ ਵਿੱਚ ਕ੍ਰੈਡੀਟਰਸ, ਇਨਵੈਸਟਰਸ, ਇੰਪਲੋਈਜ਼, ਟੈਕਸ ਅਥਾਰਟੀਜ਼, ਕੰਜ਼ਿਊਮਰਸ ਐਂਡ ਫੋਰਨ ਐਂਟਰਪ੍ਰੈਨਿਓਰਸ ਨੇ। ਐਂਡ ਇਨਡਾਇਰੈਕਟਲੀ ਕੰਸਰਨਡ ਦੇ ਵਿੱਚ ਰੈਗੂਲੇਟਰੀ ਏਜੰਸੀਜ਼, ਪਬਲਿਕ, ਰਿਸਰਚਰਸ, ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਆ ਜਾਂਦਾ। ਹੁਣ ਅਸੀਂ ਇਹਨਾਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡੇ ਇੰਟਰਨਲ ਯੂਜ਼ਰਸ। ਹੁਣੇ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਇੰਟਰਨਲ ਯੂਜ਼ਰਸ ਕਿਹੜੇ ਨੇ, ਜਿਹੜੇ ਵਿਦਨ ਦਾ ਆਰਗੇਨਾਈਜੇਸ਼ਨ ਨੇ, ਜਿਹਦੇ ਵਿੱਚ ਮੈਨੇਜਮੈਂਟ, ਓਨਰ ਤੇ ਪ੍ਰੈਜ਼ੈਂਟ ਇੰਪਲੋਈ ਜੋ ਕੰਮ ਕਰ ਰਹੇ ਨੇ ਉਹ ਆ ਜਾਂਦੇ ਨੇ। ਇੰਟਰਨਲ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਇੰਟਰਸਟ ਹੁੰਦਾ ਆ ਅਕਾਊਂਟਿੰਗ ਇਨਫੋਰਮੇਸ਼ਨ ਦੇ ਵਿੱਚ। ਹੁਣ ਇਹਨਾਂ ਜਿਹੜੇ ਇੰਟਰਨਲ ਯੂਜ਼ਰਸ ਨੇ ਇਹਨਾਂ ਨੂੰ ਕੀ ਜ਼ਰੂਰਤ ਆ ਅਕਾਊਂਟਿੰਗ ਇਨਫੋਰਮੇਸ਼ਨ ਦੀ? ਸਭ ਤੋਂ ਪਹਿਲਾਂ ਆ ਜਾਂਦੀ ਆ ਮੈਨੇਜਮੈਂਟ। ਮੈਨੇਜਮੈਂਟ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਨੇ, ਟੌਪ ਮੈਨੇਜਮੈਂਟ, ਮਿਡਲ ਲੈਵਲ ਮੈਨੇਜਮੈਂਟ ਐਂਡ ਲੋਅਰ ਲੈਵਲ ਮੈਨੇਜਮੈਂਟ। ਬਟ ਹਰ ਲੈਵਲ ਦੀ ਮੈਨੇਜਮੈਂਟ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਪੈਂਦੀ ਆ। ਮੈਨੇਜਮੈਂਟ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ ਕਿ ਜਿਹੜੇ ਆਲਟਰਨੇਟਿਵ ਪ੍ਰਪੋਜ਼ਲਸ ਅਵੇਲੇਬਲ ਨੇ। ਮੰਨ ਲਓ ਹੁਣ ਇੱਕ ਮਸ਼ੀਨਰੀ ਖਰੀਦਣੀ ਆ ਤਾਂ ਮਸ਼ੀਨਰੀ 3-4 ਤਰ੍ਹਾਂ ਦੀ ਮਸ਼ੀਨਰੀ ਆ ਜਿਹੜੀ ਕਿ ਖਰੀਦੀ ਜਾ ਸਕਦੀ ਆ। ਸੋ ਉਹਨਾਂ ਵਿੱਚੋਂ ਕਿਹੜਾ ਚੂਜ਼ ਕਰਨਾ, ਕਿਹੜਾ ਸਿਲੈਕਟ ਕਰਨਾ, ਉਹਦੇ ਲਈ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਆ। ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਆ ਜਿਹੜਾ ਸਟਾਕ ਹੈ, ਇਨਵੈਂਟਰੀ ਜਿਹਨੂੰ ਅਸੀਂ ਕਹਿ ਦਿੰਦੇ, ਕੈਸ਼, ਰਿਸੀਪਟਸ ਐਂਡ ਪੇਮੈਂਟਸ ਨੂੰ ਕੰਟਰੋਲ ਕਰਨ ਦੇ ਲਈ, ਉਹਨਾਂ ਨੂੰ ਅਕਵਾਇਰ ਤੇ ਮੇਨਟੇਨ ਕਰਨ ਦੇ ਲਈ। ਅਕਾਊਂਟਿੰਗ ਇਨਫੋਰਮੇਸ਼ਨ ਦੀ ਮੈਨੇਜਮੈਂਟ ਨੂੰ ਜ਼ਰੂਰਤ ਹੁੰਦੀ ਆ ਫਿਊਚਰਸ ਦੇ ਲਈ, ਪਲਾਨਿੰਗ ਕਰਨ ਦੇ ਲਈ ਤੇ ਬਜਟਿੰਗ ਕਰਨ ਦੇ ਲਈ, ਕਿਉਂਕਿ ਐਟ ਪ੍ਰੈਜ਼ੈਂਟ ਜੋ ਡਾਟਾ ਆ ਉਹ ਤੁਹਾਡਾ ਬੇਸ ਹੁੰਦਾ ਆ ਤੁਹਾਡੇ ਫਿਊਚਰਸ ਦੇ ਐਸਟੀਮੇਟਸ ਦੇ ਲਈ, ਪਲਾਨਸ ਦੇ ਲਈ। ਉਸ ਤੋਂ ਬਾਅਦ ਅਪਰੇਜ਼ਲ, ਇੰਪਲੋਈਜ਼ ਦੀ ਪਰਫਾਰਮੈਂਸ ਨੂੰ ਅਪਰੇਜ਼ ਕਰਨ ਦੇ ਲਈ ਵੀ ਮੈਨੇਜਮੈਂਟ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਆ। ਤੇ ਕੁਝ ਇਹੋ ਜਿਹੀਆਂ ਅਗਰ ਡੇਵੀਏਸ਼ਨਸ ਆਉਂਦੀਆਂ ਨੇ ਜੋ ਬਜਟਡ ਸੀ, ਪਲਾਨ ਜੋ ਡਿਸਾਈਡ ਕੀਤਾ ਸੀ ਉਹਦੇ ਨਾਲੋਂ ਐਕਚੁਅਲੀ ਰਿਜ਼ਲਟ ਅਗਰ ਡਿਫਰੈਂਟ ਨੇ ਤਾਂ ਜੋ ਡੇਵੀਏਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਕਿੱਦਾਂ ਖਤਮ ਕੀਤਾ ਜਾ ਸਕੇ, ਕਵਰ ਕਿੱਦਾਂ ਕੀਤਾ ਜਾ ਸਕੇ, ਉਹਦੇ ਲਈ ਕਿਹੜੇ ਮੇਜਰਸ ਲੈਣੇ ਨੇ, ਇਹਨਾਂ ਸਾਰਿਆਂ ਦੇ ਲਈ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ। ਟੌਪ ਲੈਵਲ ਮੈਨੇਜਮੈਂਟ ਜਿਹੜੀ ਆ ਉਹ ਕੰਸਰਨਡ ਹੁੰਦੀ ਆ ਸਿਰਫ ਪਲਾਨਿੰਗ ਤੇ ਪਾਲਿਸੀ ਮੇਕਿੰਗ ਦੇ ਲਈ। ਮਿਡਲ ਲੈਵਲ ਮੈਨੇਜਮੈਂਟ ਕੰਸਰਨਡ ਹੁੰਦੀ ਆ ਪਲਾਨਿੰਗ ਐਂਡ ਕੰਟਰੋਲਿੰਗ ਦੇ ਲਈ, ਤੇ ਬਾਟਮ ਲੈਵਲ ਮੈਨੇਜਮੈਂਟ ਕੰਸਰਨਡ ਹੁੰਦੀ ਆ ਆਪਰੇਸ਼ਨਲ ਮੈਟਰਸ ਦੇ ਨਾਲ। ਸੋ ਇਹਨਾਂ ਨੂੰ ਸਾਰਿਆਂ ਨੂੰ ਆਪਣੀ ਇਨਫੋਰਮੇਸ਼ਨ ਦੇ ਲਈ, ਆਪਣੇ ਡਿਸੀਜਨਸ ਲੈਣ ਦੇ ਲਈ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ। ਨੈਕਸਟ ਨੇ ਓਨਰਸ। ਸੋਲ ਟਰੇਡਰ ਜਿਹੜਾ ਬਿਜ਼ਨਸ ਹੁੰਦਾ ਉਹਦੇ ਵਿੱਚ ਤੇ ਪਾਰਟਨਰਸ਼ਿਪ ਫਰਮ ਦੇ ਵਿੱਚ ਤੇ ਕੰਪਨੀਜ਼ ਦੇ ਵਿੱਚ ਸ਼ੇਅਰ ਹੋਲਡਰ, ਇਹ ਸਾਰੇ ਜੋ ਨੇ ਓਨਰਸ ਨੇ। ਸ਼ੇਅਰ ਹੋਲਡਰਸ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਆਪਣੀ ਇਨਵੈਸਟਮੈਂਟ ਨੂੰ ਜੱਜ ਕਰਨ ਦੇ ਲਈ ਕਿ ਉਹਨਾਂ ਨੇ ਜੋ ਇਨਵੈਸਟ ਕੀਤਾ ਹੈ ਉਹ ਪ੍ਰੋਫਿਟੇਬਲ ਹੈ ਜਾਂ ਨਹੀਂ ਹੈ। ਸੋ ਸ਼ੇਅਰ ਹੋਲਡਰ ਇੰਟਰਸਟਿਡ ਹੁੰਦੇ ਆ ਡਿਵੀਡੈਂਡਸ, ਬੋਨਸ ਸ਼ੇਅਰਸ ਐਂਡ ਐਪਰੀਸੀਏਸ਼ਨ ਦੇ ਵਿੱਚ। ਸੋ ਉਹਨਾਂ ਨੂੰ ਇਸ ਦੇ ਲਈ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਆ ਤਾਂ ਕਿ ਉਹ ਆਪਣੇ ਸ਼ੇਅਰਸ ਦੀ ਵੈਲਿਊ ਨੂੰ ਡਿਸਾਈਡ ਕਰ ਸਕਣ, ਇਹ ਡਿਸੀਜਨ ਲੈ ਸਕਣ ਕਿ ਉਹਨਾਂ ਨੇ ਹੋਰ ਸ਼ੇਅਰ ਖਰੀਦਣੇ ਆ ਜਾਂ ਆਪਣੇ ਸ਼ੇਅਰ ਵੇਚਣੇ ਆ। ਥਰਡ ਵਨ ਨੇ ਇੰਪਲੋਈਜ਼। ਇੰਪਲੋਈਜ਼ ਵੀ ਕੰਸਰਨਡ ਹੁੰਦੇ ਆ, ਇੰਟਰਸਟਿਡ ਹੁੰਦੇ ਆ ਅਕਾਊਂਟਿੰਗ ਬੁੱਕਸ ਦੇ ਨਾਲ, ਕਿਉਂਕਿ ਬੋਨਸ ਸਕੀਮਸ ਉਹਨਾਂ ਨੂੰ ਮਿਲਦੀਆਂ ਨੇ, ਉਹਨਾਂ ਦੀ ਸਿਕਿਉਰਿਟੀ ਡਿਪੈਂਡ ਕਰਦੀ ਆ ਪ੍ਰੋਫਿਟਸ ਤੇ। ਸੋ ਅਕਾਊਂਟਸ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਨੇ ਕਿ ਬਿਜ਼ਨਸ ਕਿੰਨੇ ਪ੍ਰੋਫਿਟਸ ਅਰਨ ਕਰ ਰਿਹਾ, ਤੇ ਉਹਨਾਂ ਪ੍ਰੋਫਿਟਸ ਦੇ ਬੇਸਿਸ ਤੇ ਹੀ ਇੰਪਲੋਈਜ਼ ਜਿਹੜੇ ਨੇ ਉਹ ਆਪਣੇ ਇੰਪਲੋਇਰ ਦੇ ਕੋਲੋਂ ਬੋਨਸ ਡਿਮਾਂਡ ਕਰਦੇ ਨੇ। ਸੋ ਉਹਨਾਂ ਨੂੰ ਬਿਲਕੁਲ ਇਸ ਚੀਜ਼ 'ਚ ਇੰਟਰਸਟ ਹੁੰਦਾ ਆ ਕਿ ਉਹਨਾਂ ਨੂੰ ਸੈਲਰੀਜ਼ ਟਾਈਮਲੀ ਮਿਲ ਸਕਣ, ਰਿਟਾਇਰਮੈਂਟ ਤੇ ਉਹਨਾਂ ਨੂੰ ਰਿਟਾਇਰਮੈਂਟ ਬੈਨੀਫਿਟ ਮਿਲ ਸਕਣ, ਆਰਗੇਨਾਈਜੇਸ਼ਨ ਉਹਨਾਂ ਦੀ ਸਾਊਂਡ ਤੇ ਸਟੇਬਲ ਹੋ ਸਕੇ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਆ ਸੇਫ ਰਵੇ। ਸੋ ਇਸ ਲਈ ਉਹਨਾਂ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ। ਨੈਕਸਟ ਆ ਜਾਂਦੇ ਆ ਐਕਸਟਰਨਲ ਯੂਜ਼ਰਸ, ਜਿਹੜੇ ਕਿ ਆਰਗੇਨਾਈਜੇਸ਼ਨ ਤੇ ਬਾਹਰ ਦੇ ਨੇ ਬਟ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੰਸਰਨਡ ਹੁੰਦੇ ਨੇ ਅਕਾਊਂਟਿੰਗ ਇਨਫੋਰਮੇਸ਼ਨ ਨਾਲ। ਸਭ ਤੋਂ ਪਹਿਲਾਂ ਐਕਸਟਰਨਲ ਯੂਜ਼ਰਸ ਜਿਨ੍ਹਾਂ ਦਾ ਡਾਇਰੈਕਟ ਇੰਟਰਸਟ ਆ। ਸਭ ਤੋਂ ਪਹਿਲਾਂ ਤੁਹਾਡੇ ਕ੍ਰੈਡੀਟਰਸ ਆ ਗਏ। ਕ੍ਰੈਡੀਟਰਸ ਕੌਣ ਨੇ? ਜਿਨ੍ਹਾਂ ਕੋਲੋਂ ਬਿਜ਼ਨਸ ਨੇ ਕ੍ਰੈਡਿਟ ਤੇ ਮਟੀਰੀਅਲ ਪਰਚੇਸ ਕੀਤਾ ਹੋਇਆ ਉਹਨਾਂ ਨੂੰ ਕ੍ਰੈਡੀਟਰਸ ਕਹਿ ਦਿੰਦੇ ਆ। ਕ੍ਰੈਡੀਟਰਸ ਸ਼ਾਰਟ ਟਰਮ
ਵੀ ਹੁੰਦੇ ਨੇ ਤੇ ਲੌਂਗ ਟਰਮ ਵੀ ਹੁੰਦੇ ਨੇ। ਸੋ ਕ੍ਰੈਡੀਟਰਸ ਨੂੰ ਵੀ ਬਿਜ਼ਨਸ ਦੇ ਪ੍ਰੋਫਿਟਸ ਦੇ ਵਿੱਚ ਅਰਨਿੰਗ ਦੇ ਵਿੱਚ ਇੰਟਰਸਟ ਹੁੰਦਾ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀਆਂ ਜੋ ਪੇਮੈਂਟਸ ਨੇ ਉਹਨਾਂ ਨੂੰ ਟਾਈਮਲੀ ਮਿਲ ਸਕਣਗੀਆਂ, ਉਹਨਾਂ ਨੂੰ ਉਹਨਾਂ ਦਾ ਇੰਟਰਸਟ ਟਾਈਮਲੀ ਮਿਲ ਸਕੇਗਾ ਜਾਂ ਨਹੀਂ। ਸੈਕਿੰਡ ਵਨ ਨੇ ਇਨਵੈਸਟਰਸ, ਜਿਨ੍ਹਾਂ ਨੇ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਹੋਇਆ ਆ। ਜਿਸ ਤਰ੍ਹਾਂ ਕਿ ਕੰਪਨੀ ਫਾਰਮ ਦੇ ਵਿੱਚ ਸ਼ੇਅਰ ਹੋਲਡਰ ਇਨਵੈਸਟਰਸ ਹੁੰਦੇ ਨੇ, ਤਾਂ ਉਹ ਅਕਾਊਂਟਿੰਗ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਆਪਣੀ ਇਨਵੈਸਟਮੈਂਟਸ ਨੂੰ ਜੱਜ ਕਰਦੇ ਨੇ ਕਿ ਉਹਨਾਂ ਨੂੰ ਉਸ ਪਾਰਟਿਕੂਲਰ ਕੰਪਨੀ ਦੇ ਸ਼ੇਅਰਸ ਖਰੀਦਣੇ ਆ ਜਾਂ ਨਹੀਂ ਖਰੀਦਣੇ। ਸ਼ੇਅਰਸ ਖਰੀਦਣ ਦੇ ਟਾਈਮ ਤੇ ਉਹ ਕੰਪਨੀ ਦੇ ਅਕਾਊਂਟਸ ਚੈੱਕ ਕਰਦੇ ਨੇ, ਪ੍ਰੋਫਿਟਸ ਚੈੱਕ ਕਰਦੇ ਨੇ, ਉਹਦੇ ਬੇਸਿਸ ਤੇ ਡਿਸਾਈਡ ਕਰਦੇ ਨੇ ਕਿ ਉਹਨਾਂ ਨੇ ਇਨਵੈਸਟ ਕਰਨਾ ਜਾਂ ਨਹੀਂ ਕਰਨਾ। ਥਰਡ ਆ ਜਾਂਦੇ ਨੇ ਪੋਟੈਂਸ਼ੀਅਲ ਇੰਪਲੋਈਜ਼, ਜੌਬ ਸੀਕਰਸ, ਜਿਹੜੇ ਕਿ ਕਿਸੇ ਪਾਰਟਿਕੂਲਰ ਆਰਗੇਨਾਈਜੇਸ਼ਨ 'ਚ ਜੌਬ ਕਰਨਾ ਚਾਹੁੰਦੇ ਆ। ਸੋ ਉਹਨਾਂ ਨੂੰ ਵੀ ਇੰਟਰਸਟ ਹੁੰਦਾ ਆ ਕੰਪਨੀ ਦੇ ਅਕਾਊਂਟਸ ਦੇ ਵਿੱਚ, ਪ੍ਰੋਫਿਟਸ ਦੇ ਵਿੱਚ, ਕਿ ਕੰਪਨੀ ਸਾਊਂਡ ਆ, ਸਟੇਬਲ ਆ, ਕਿ ਉੱਥੇ ਉਹਨਾਂ ਦਾ ਫਿਊਚਰ ਸੇਫ ਹੋਏਗਾ। ਉਸ ਤੋਂ ਬਾਅਦ ਨੇ ਟੈਕਸ ਅਥਾਰਟੀਜ਼, ਕਿਉਂਕਿ ਟੈਕਸ ਅਥਾਰਟੀਜ਼ ਚਾਹੇ ਇਨਕਮ ਟੈਕਸ ਅਥਾਰਟੀਜ਼ ਨੇ ਜਾਂ GST ਨੇ, ਉਹਨਾਂ ਸਾਰਿਆਂ ਨੂੰ ਟੈਕਸ ਜਿਹੜਾ ਮਿਲਣਾ ਆ ਉਹ ਕੰਪਨੀ ਦੇ ਪ੍ਰੋਫਿਟਸ ਦੇ ਅਕੋਰਡਿੰਗ ਮਿਲਣਾ। ਸੋ ਇਸ ਲਈ ਉਹਨਾਂ ਨੂੰ ਕੰਪਨੀ ਦੇ ਪ੍ਰੋਫਿਟਸ ਦੇ ਵਿੱਚ ਇੰਟਰਸਟ ਹੈ। ਨੈਕਸਟ ਵਨ ਨੇ ਕੰਜ਼ਿਊਮਰ ਨੂੰ ਵੀ ਕੰਪਨੀ ਦੇ ਪ੍ਰੋਫਿਟਸ ਇੰਟਰਸਟ ਹੁੰਦਾ, ਕਿਉਂਕਿ ਕੰਪਨੀ ਅਗਰ ਪ੍ਰੋਡਕਟਸ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਇਨਕਰੀਜ਼ ਕਰ ਰਹੀ ਆ ਤੇ ਉਹਦੇ ਨਾਲ ਕੰਜ਼ਿਊਮਰ ਨੂੰ ਜਿਹੜਾ ਆ ਲਾਸ ਹੁੰਦਾ ਆ। ਸੋ ਇਸੇ ਲਈ ਕਈ ਵੇਲੇ ਪ੍ਰੋਡਿਊਸਰਸ ਕੀ ਕਰਦੇ ਨੇ, ਆਪਣੀ ਕਾਸਟ ਨੂੰ ਰਿਡਿਊਸ ਕਰਦੇ ਨੇ ਤੇ ਸੈਲਿੰਗ ਪ੍ਰਾਈਸਿਸ ਨੂੰ ਵੀ ਰਿਡਿਊਸ ਕਰਦੇ ਨੇ, ਤੇ ਇਸੇ ਲਈ ਕੰਜ਼ਿਊਮਰ ਇੰਟਰਸਟਿਡ ਹੁੰਦੇ ਨੇ ਅਕਾਊਂਟਿੰਗ ਇਨਫੋਰਮੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਨੂੰ ਕਿਸੇ ਵੀ ਕੰਪਨੀ ਦੇ ਜੋ ਪ੍ਰੋਡਕਟਸ ਨੇ ਉਹਨਾਂ ਦੀ ਪ੍ਰਾਈਸ ਸਟਰਕਚਰ ਦਾ ਆਈਡੀਆ ਮਿਲ ਸਕੇ। ਸੋ ਹੁਣ ਬਹੁਤ ਸਾਰੀਆਂ ਕੰਜ਼ਿਊਮਰ ਪ੍ਰੋਟੈਕਸ਼ਨ ਐਸੋਸੀਏਸ਼ਨਸ ਵੀ ਬਣ ਗਈਆਂ ਨੇ, ਜਿਹੜੀਆਂ ਕਿ ਬਿਜ਼ਨਸ ਤੇ ਕੰਟਰੋਲ ਕਰ ਰਹੀਆਂ ਨੇ, ਇੰਡਸਟਰੀ ਤੇ ਕੰਟਰੋਲ ਕਰ ਰਹੀਆਂ ਨੇ। ਐਂਡ ਲਾਸਟ ਵਨ ਨੇ ਫੋਰਨ ਐਂਟਰਪ੍ਰੀਨਿਓਰਸ। ਇਸ ਟਾਈਮ FDI ਦਾ ਟਾਈਮ ਚੱਲ ਰਿਹਾ ਆ, ਫੋਰਨ ਡਾਇਰੈਕਟ ਇਨਵੈਸਟਮੈਂਟਸ ਆ। ਸੋ ਫੋਰਨ ਐਂਟਰਪ੍ਰੀਨਿਓਰਸ ਵੀ ਇੰਡੀਅਨ ਕੰਪਨੀਜ਼ ਦੇ ਵਿੱਚ ਇੰਟਰਸਟਿਡ ਨੇ, ਉਹਨਾਂ ਦੇ ਅਕਾਊਂਟਸ, ਉਹਨਾਂ ਦੀਆਂ ਬੁੱਕਸ 'ਚ ਇੰਟਰਸਟਿਡ ਨੇ, ਤਾਂ ਕਿ ਉਹ ਉਹਦੇ ਬੇਸਿਸ ਤੇ ਡਿਸੀਜਨ ਲੈ ਸਕਣ ਕਿ ਉਹਨਾਂ ਨੇ ਉਸ ਪਾਰਟਿਕੂਲਰ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਜਾਂ ਫਿਰ ਨਹੀਂ ਕਰਨਾ। ਐਂਡ ਨੈਕਸਟ ਵਨ ਨੇ ਐਕਸਟਰਨਲ ਯੂਜ਼ਰਸ, ਜਿਨ੍ਹਾਂ ਦਾ ਇਨਡਾਇਰੈਕਟ ਇੰਟਰਸਟ ਹੈ, ਡਾਇਰੈਕਟਲੀ ਕੰਸਰਨਡ ਨਹੀਂ ਨੇ, ਇਨਡਾਇਰੈਕਟਲੀ ਕੰਸਰਨਡ ਨੇ, ਜਿਹਦੇ ਵਿੱਚ ਰੈਗੂਲੇਟਰੀ ਏਜੰਸੀਜ਼ ਨੇ, ਗਵਰਨਮੈਂਟ ਹੋ ਗਈ, ਬਹੁਤ ਸਾਰੀਆਂ ਏਜੰਸੀਜ਼ ਆ ਜਿਹੜੀਆਂ ਕਿ ਬਿਜ਼ਨਸ ਨੂੰ, ਉਹਨਾਂ ਦੀ ਫੰਕਸ਼ਨਿੰਗ ਨੂੰ ਰੈਗੂਲੇਟ ਕਰਦੀਆਂ ਨੇ। ਕੰਪਨੀ ਲਾਅ ਬੋਰਡ ਹੈ, ਰਜਿਸਟਰਾਰ ਆਫ ਕੰਪਨੀ ਆ, ਮਿਨਿਸਟਰੀ ਆਫ ਇੰਡਸਟਰੀ ਆ, ਸੈਂਟਰ ਸਟੈਟਿਸਟੀਕਲ ਆਰਗੇਨਾਈਜੇਸ਼ਨਸ ਨੇ, ਸੈਬੀ ਆ। ਸੋ ਡਿਫਰੈਂਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਰੋਲ ਪਲੇ ਕਰ ਰਹੀਆਂ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ। ਸੋ ਉਹਨਾਂ ਨੂੰ ਸਾਰਿਆਂ ਨੂੰ ਵੀ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ। ਨੈਕਸਟ ਵਨ ਆ ਪਬਲਿਕ ਵੀ ਕਿਸੇ ਵੀ ਇੰਸਟੀਚਿਊਟ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਇੰਟਰਸਟਿਡ ਹੁੰਦੀ ਆ, ਚਾਹੇ ਉਹ ਬੈਂਕ ਹੋ, ਪਬਲਿਕ ਯੂਟਿਲਿਟੀ ਆਰਗੇਨਾਈਜੇਸ਼ਨਸ ਨੇ, ਲਾਈਕ ਪਬਲਿਕ ਯੂਟਿਲਿਟੀਜ਼ ਆਰਗੇਨਾਈਜੇਸ਼ਨ ਜਿਹੜੀਆਂ ਤੁਹਾਨੂੰ ਗੈਸ, ਇਲੈਕਟ੍ਰਿਸਿਟੀ, ਟਰਾਂਸਪੋਰਟ ਪ੍ਰੋਵਾਈਡ ਕਰਦੀਆਂ ਨੇ। ਸੋ ਉਹਨਾਂ ਦੀ ਜੋ ਹੈ ਪ੍ਰੋਫਿਟ, ਉਹਨਾਂ ਦੇ ਵਿੱਚ ਪਬਲਿਕ ਦਾ ਵੀ ਇੰਟਰਸਟ ਹੁੰਦਾ ਆ, ਤਾਂ ਕਿ ਉਹ ਇਹ ਫਾਈਂਡ ਆਊਟ ਕਰਦੇ ਨੇ ਕਿ ਕਿਹੜੀ ਕੰਪਨੀਆਂ ਜਿਹੜੀ ਕਿ ਸੋਸਾਇਟੀ ਲਈ, ਪਬਲਿਕ ਲਈ ਐਫਰਟਸ ਕਰ ਰਹੀ ਆ। ਉਸ ਤੋਂ ਬਾਅਦ ਆ ਰਿਸਰਚਰਸ, ਜਿਹੜੇ ਰਿਸਰਚ ਕਰਦੇ ਨੇ, ਉਹ ਵੀ ਕਿਸੇ ਵੀ ਕੰਪਨੀ ਤੇ ਅਗਰ ਰਿਸਰਚ ਕਰਨੀ ਆ ਤਾਂ ਉਹਦੀ ਅਕਾਊਂਟਿੰਗ ਇਨਫੋਰਮੇਸ਼ਨ ਲੈ ਕੇ ਹੀ ਅਸੀਂ ਰਿਸਰਚ ਕਰਦੇ ਆ ਕਿ ਉਹ ਕੰਪਨੀ ਕਿੰਨੀ ਪ੍ਰੋਫਿਟੇਬਲ ਚੱਲ ਰਹੀ ਆ, ਉਹਦਾ ਕੰਪੈਰੀਜ਼ਨ ਕਰ ਸਕਦੇ ਆ ਕਿਸੇ ਹੋਰ ਕੰਪਨੀ ਦੇ ਨਾਲ। ਐਂਡ ਲਾਸਟ ਵਨ ਆ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ, ਨਿਊਜ਼ਪੇਪਰਸ ਹੋ ਗਏ, TV ਚੈਨਲਸ ਹੋ ਗਏ, ਉਹ ਜਿਹੜੇ ਵੀ ਇਕਨੋਮਿਕਸ ਜਾਂ ਫਾਈਨਾਂਸ ਨਾਲ ਰਿਲੇਟਿਡ ਹੈਗੇ ਨੇ, ਉਹ ਸਾਰੇ ਵੀ ਜੋ ਕਿਸੇ ਪਾਰਟਿਕੂਲਰ ਕੰਪਨੀ ਦੀਆਂ ਪ੍ਰੋਬਲਮਸ ਆ, ਉਹਨਾਂ ਦੀਆਂ ਅਚੀਵਮੈਂਟਸ ਆ, ਉਹਨਾਂ ਦੀਆਂ ਪਰਫਾਰਮੈਂਸਿਸ ਆ, ਉਹਨਾਂ ਨੂੰ ਪਬਲਿਸ਼ ਕਰਦੇ ਆ। ਸੋ ਉਹਨਾਂ ਨੂੰ ਵੀ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ। ਸੋ ਇਹ ਸਾਰੇ ਡਿਫਰੈਂਟ ਯੂਜ਼ਰਸ ਨੇ, ਜਿਹੜੇ ਕਿ ਇੰਟਰਨਲ ਵੀ ਨੇ, ਐਕਸਟਰਨਲ ਵੀ ਨੇ, ਜਿਹੜੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਵੀ ਕੰਪਨੀ ਦੇ ਅਕਾਊਂਟਸ ਦੇ ਵਿੱਚ ਇੰਟਰਸਟਿਡ ਹੁੰਦੇ ਆ। ਸੋ ਇਹਦੇ ਨਾਲ ਹੀ ਤੁਹਾਡਾ ਇਹ ਟੌਪਿਕ ਜਿਹੜਾ ਆ ਖਤਮ ਹੋ ਜਾਂਦਾ ਆ। ਨੈਕਸਟ ਅਸੀਂ ਹੁਣ ਅਕਾਊਂਟਿੰਗ ਟਰਮੀਨੋਲੋਜੀ ਕਰਨੀ ਆ, ਨੈਕਸਟ ਲੈਕਚਰ ਦੇ ਵਿੱਚ ਉਹ ਕਰਾਂਗੇ। ਥੈਂਕ ਯੂ।